ਸੋ ਅੱਜ ਅਸੀਂ ਇੰਗਲਿਸ਼ ਗ੍ਰਾਮਰ ਟੈਂਸਸ ਦਾ ਪ੍ਰੈਜ਼ੈਂਟ ਕੰਟੀਨਿਊਸ ਕਰਾਂਗੇ। ਪ੍ਰੀਵੀਅਸ ਵੀਡੀਓ ਜਿਹੜੀ ਆ ਜਿਹਦੇ ਵਿੱਚ ਅਸੀਂ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਕਰਵਾਇਆ ਸੀ ਉਹ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੀ ਹੋਈ ਆ, ਠੀਕ ਆ। ਜਿਹਨਾਂ ਨੇ ਨਹੀਂ ਦੇਖੀ ਉਹ ਦੇਖ ਲਓ। ਤੇ ਪ੍ਰੀਵੀਅਸ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਮੈਂ ਹੋਮਵਰਕ ਦਿੱਤਾ ਸੀ, ਤੇ ਹੋਮਵਰਕ ਕੀ ਦਿੱਤਾ ਸੀਗਾ, ਇਹ ਟੈਂਸਸ ਸੀਗੇ ਜਿਨ੍ਹਾਂ ਦਾ ਤੁਸੀਂ ਬਣਾਉਣੇ ਸੈਂਟੈਂਸ ਬਣਾਉਣੇ ਸੀਗੇ, ਠੀਕ ਹੈ। ਉਹ ਦੇਖ ਲੈਂਦੇ ਹੁਣ ਕਿੱਦਾਂ ਆ, ਤੁਸੀਂ ਚੈੱਕ ਕਰ ਸਕਦੇ ਆ ਆਪਣੀ ਜਿਹੜੇ ਤੁਸੀਂ ਸੈਂਟੈਂਸ ਬਣਾਏ ਆ। ਤਾਂ ਉਹ ਕਾਰ ਦੁਆਰਾ ਕੰਮ ਤੇ ਜਾਂਦੀ ਹੈ, ਇਹਦਾ ਹੋਣਾ ਸ਼ੀ ਗੋਜ਼ ਟੂ ਵਰਕ ਬਾਈ ਕਾਰ, ਠੀਕ ਹੈ। ਨੈਕਸਟ ਹੈਗਾ ਅਸੀਂ ਹਰ ਰੋਜ਼ ਖਾਣਾ ਬਣਾਉਂਦੇ ਹਾਂ, ਵੀ ਕੁੱਕ ਐਵਰੀ ਡੇ। ਨੈਕਸਟ ਹੈਗਾ ਅਸੀਂ ਇਕੱਠੇ ਜਿਮ ਜਾਂਦੇ ਹਾਂ, ਵੀ ਗੋ ਟੂ ਜਿਮ ਕਲੱਬ, ਠੀਕ ਹੈ। ਵੀ ਗੋ ਟੂ ਜਿਮ ਕਲੱਬ ਟੂਗੈਦਰ, ਅਸੀਂ ਇਕੱਠੇ ਜਾਂਦੇ ਹਾਂ। ਮੈਂ ਚਾਹ ਪਸੰਦ ਨਹੀਂ ਕਰਦਾ ਹਾਂ, ਆਈ ਡੂ ਨਾਟ ਲਾਈਕ ਟੀ, ਆਈ ਡੂ ਨਾਟ ਲਾਈਕ ਟੀ, ਸਿੱਧਾ ਸਿੱਧਾ, ਠੀਕ ਹੈ। ਕੀ ਉਹ ਹਰ ਵੇਲੇ ਆਪਣਾ ਪਰਸ ਘਰ ਭੁੱਲ ਜਾਂਦੀ ਹੈ, ਡਜ਼ ਸ਼ੀ ਆਲਵੇਜ਼ ਫੋਰਗੈਟ ਹਰ ਪਰਸ ਐਟ ਹੋਮ, ਠੀਕ ਹੈ। ਇਹ ਸਾਰੇ ਦੇ ਸਾਰੇ ਸੈਂਟੈਂਸਸ ਸੀਗੇ ਜਿਹੜੇ ਤੁਹਾਨੂੰ ਹੋਮਵਰਕ ਦਿੱਤਾ ਗਿਆ ਸੀਗਾ। ਤੇ ਇਸ ਤਰੀਕੇ ਦੀਆਂ ਵੀਡੀਓਜ਼ ਜਿਹੜੀਆਂ ਦੇਖਣ ਦੇ ਲਈ ਸਾਡਾ ਚੈਨਲ ਵਿਜ਼ਡਮ ਐਜੂਕੇਸ਼ਨ ਪੁਆਇੰਟ RDC ਸਬਸਕ੍ਰਾਈਬ ਕਰੋ, ਇਹਨੂੰ ਫੋਲੋ ਕਰੋ ਤੇ ਆਪਣੇ ਫਰੈਂਡਸ ਨਾਲ ਵੀ ਇਹਨੂੰ ਸ਼ੇਅਰ ਕਰੋ, ਠੀਕ ਹੈ। ਸੋ ਹੁਣ ਦੇਖਦੇ ਹਾਂ ਜੀ ਪ੍ਰੈਜ਼ੈਂਟ ਕੰਟੀਨਿਊਸ ਜਿਹੜਾ ਟੈਂਸ ਆ ਉਹ ਕਿੱਥੇ ਕਿੱਥੇ ਅਸੀਂ ਯੂਜ਼ ਕਰਨਾ ਹੈ। ਇਹ ਬਹੁਤ ਜ਼ਿਆਦਾ ਯੂਜ਼ ਹੁੰਦਾ ਇਹ ਵਾਲਾ ਟੈਂਸ ਜਿਹੜਾ ਬਹੁਤ ਯੂਜ਼ ਹੁੰਦਾ ਹੈ। ਸੋ ਦੇਖਦੇ ਯੂਜ਼ੇਜ ਦੇਖਦੇ ਇਹਦੀ ਕਿੱਥੇ ਹੁੰਦੀ ਆ। ਸਮਥਿੰਗ ਇਜ਼ ਹੈਪਨਿੰਗ ਐਟ ਦਾ ਸੇਮ ਟਾਈਮ ਆਫ ਸਪੀਕਿੰਗ ਔਰ ਅਰਾਊਂਡ ਇਟ। ਜਦੋਂ ਹੁਣ ਅਸੀਂ ਗੱਲ ਕਰ ਰਹੇ ਹਾਂ, ਸਾਡੇ ਆਲੇ ਦੁਆਲੇ ਜੋ ਵੀ ਚੀਜ਼ਾਂ ਹੋ ਰਹੀਆਂ ਉਹ ਸਾਰੀਆਂ ਦੀਆਂ ਸਾਰੀਆਂ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਦੇ ਵਿੱਚ ਹੀ ਲਿਖੀਆਂ ਜਾਣਗੀਆਂ, ਠੀਕ ਹੈ। ਸੋ ਇਹ ਉਦੋਂ ਆਪਾਂ ਯੂਜ਼ ਕਰਦੇ ਜਦੋਂ ਕੋਈ ਵੀ ਐਕਸ਼ਨ ਜਿਹੜਾ ਹੈ ਉਹ ਇਜ਼ ਇਨ ਪ੍ਰੋਗਰੈਸਿਵ ਸਟੇਟ ਦੇ ਵਿੱਚ ਹੋਵੇ, ਐਕਸ਼ਨ ਆਲਰੇਡੀ ਚੱਲ ਰਿਹਾ ਹੋਵੇ, ਠੀਕ ਹੈ। ਜਿੱਦਾਂ ਆਪਾਂ ਛੋਟੇ ਬੱਚੇ ਸੈਂਟੈਂਸ ਨਹੀਂ ਬਣਾਉਂਦੇ ਹੁੰਦੇ, ਆਈ ਐਮ ਗੋਇੰਗ ਟੂ ਸਕੂਲ, ਮੈਂ ਸਕੂਲ ਜਾ ਰਿਹਾ ਹਾਂ, ਇਸ ਤਰੀਕੇ ਦੇ। ਸੋ ਹੁਣ ਦੇਖੋ ਕੀ ਆ ਇਹਦੇ ਵਿੱਚ, ਜਦੋਂ ਹੁਣ ਸਪੀਕਿੰਗ ਦੇ ਦੌਰਾਨ ਹੀ ਜਦੋਂ ਕੰਮ ਕੋਈ ਚੱਲ ਰਿਹਾ ਹੈ ਤਾਂ ਉਹਨੂੰ ਅਸੀਂ ਐਗਜ਼ਾਮਪਲ ਦੇ ਤੌਰ ਤੇ ਕਿੱਦਾਂ ਲਿਖਣਾ, ਸ਼ੀ ਇਜ਼ ਨਾਟ ਵਰਕਿੰਗ, ਸ਼ੀ ਇਜ਼ ਸਵਿਮਿੰਗ ਇਨ ਦਾ ਰਿਵਰ। ਇਹ ਹੁਣ ਅਸੀਂ ਕਿਸੇ ਨੂੰ ਜੇ ਪੁੱਛੀਏ ਵੀ ਉਹ ਕੀ ਕਰ ਰਹੀ ਹੈ, ਕੀ ਉਹ ਕੰਮ ਕਰ ਰਹੀ ਹੈ, ਨਹੀਂ, ਸ਼ੀ ਇਜ਼ ਨਾਟ ਵਰਕਿੰਗ, ਸ਼ੀ ਇਜ਼ ਸਵਿਮਿੰਗ ਇਨ ਦਾ ਰਿਵਰ। ਤੁਸੀਂ ਇਕੱਲਾ ਵੀ ਇਹੀ ਲਿਖ ਸਕਦੇ, ਸ਼ੀ ਇਜ਼ ਸਵਿਮਿੰਗ ਇਨ ਦਾ ਰਿਵਰ। ਸੋ ਨੈਕਸਟ ਕੀ ਆ, ਇਟ ਇਜ਼ ਰੇਨਿੰਗ ਆਊਟਸਾਈਡ, ਬਾਹਰ ਵਰਖਾ ਹੋ ਰਹੀ ਹੈ, ਠੀਕ ਹੈ। ਸਿੱਧਾ ਸਿੱਧਾ ਸੈਂਟੈਂਸਸ ਆ, ਇਹਦੇ ਵਿੱਚ ਕੋਈ ਔਖੀ ਗੱਲ ਤਾਂ ਹੈ ਹੀ ਨਹੀਂ। ਸੋ ਨੈਕਸਟ ਦੇਖ ਲਓ ਕੀ ਆ, ਪਹਿਲੀ ਯੂਜ਼ੇਜ ਇਹ ਸੀਗੀ। ਦੂਜੀ ਯੂਜ਼ੇਜ ਜਦੋਂ ਅਸੀਂ ਕੋਈ ਨੀਅਰ ਫਿਊਚਰ ਪ੍ਰਿਡਿਕਟ ਕਰਨਾ, ਉਸ ਟਾਈਮ ਵੀ ਅਸੀਂ ਕੀ ਕਰਨਾ ਹੈ, ਪ੍ਰੈਜ਼ੈਂਟ ਕੰਟੀਨਿਊਸ ਹੀ ਯੂਜ਼ ਕਰਨਾ ਹੈ। ਸੋ ਇਹਦੇ 'ਚ ਕੀ ਆ, ਇਟ ਆਲਸੋ ਐਕਸਪ੍ਰੈਸਸ ਫਿਊਚਰ ਐਕਸ਼ਨ ਔਰ ਏ ਡੈਫੀਨਿਟ ਅਰੇਂਜਮੈਂਟ ਇਨ ਦਾ ਨੀਅਰ ਫਿਊਚਰ। ਬਿਲਕੁਲ ਨੇੜੇ ਦੇ ਫਿਊਚਰ ਦੇ ਵਿੱਚ ਦੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਨਾ, ਉਸ ਟਾਈਮ ਵੀ ਅਸੀਂ ਇਹ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਹੀ ਯੂਜ਼ ਕਰਨਾ, ਠੀਕ ਹੈ। ਜੇ ਇਹਦੇ ਵਿੱਚ ਐਗਜ਼ਾਮਪਲ ਕੀ ਹੈ, ਆਈ ਐਮ ਗੋਇੰਗ ਟੂ ਦਾ ਸਿਨੇਮਾ ਟਮੋਰੋ, ਮੈਂ ਕੱਲ੍ਹ ਨੂੰ ਸਿਨੇਮਾ ਜਾ ਰਿਹਾ ਹਾਂ। ਸੌਖੀ ਸੌਖੀ ਇਹ ਗੱਲ ਹੈ, ਮੈਂ ਕੱਲ੍ਹ ਨੂੰ ਜਾ ਰਿਹਾ, ਕੋਈ ਵੀ ਐਕਸ਼ਨ ਕੱਲ੍ਹ ਦਾ ਐਕਸ਼ਨ ਆ, ਆਉਣ ਵਾਲੇ ਕੱਲ੍ਹ ਦਾ, ਠੀਕ ਹੈ। ਉਹਨੂੰ ਵੀ ਅਸੀਂ ਪ੍ਰੈਜ਼ੈਂਟ ਕੰਟੀਨਿਊਸ ਵਿੱਚ ਹੀ ਲਿਖਿਆ ਤੇ ਨਾਲ ਜਿਹੜਾ ਆ ਟਾਈਮ ਪ੍ਰੈਡਿਕਟ ਕਰ ਦਿੱਤਾ। ਦੂਜਾ ਕੀ ਹੈ, ਸ਼ੀ ਇਜ਼ ਕਮਿੰਗ ਨੈਕਸਟ ਵੀਕ, ਉਹ ਅਗਲੇ ਹਫਤੇ ਆ ਰਹੀ ਹੈ, ਸਾਨੂੰ ਪਤਾ ਪੱਕਾ ਆ ਰਹੀ ਹੈ, ਇਸ ਕਰਕੇ ਕੀ ਆ, ਸ਼ੀ ਇਜ਼ ਕਮਿੰਗ ਆਪਾਂ ਨੀਅਰ ਫਿਊਚਰ ਵੀ ਪ੍ਰੈਡਿਕਟ ਕਰ ਦਿੱਤਾ। ਸੋ ਨੈਕਸਟ ਦੇਖਦੇ ਹਾਂ ਕੀ ਆ, ਪ੍ਰੈਜ਼ੈਂਟ ਕੰਟੀਨਿਊਸ ਦਾ ਹੁਣ ਫਾਰਮੂਲਾ ਦੇਖ ਲੈਂਦੇ ਕੀ ਆ, ਠੀਕ ਹੈ। ਸੋ ਪ੍ਰੈਜ਼ੈਂਟ ਕੰਟੀਨਿਊਸ ਦਾ ਜਿਹੜਾ ਫਾਰਮੂਲਾ ਆ ਉਹਦੇ ਵਿੱਚ ਅਸੀਂ ਕੀ, ਹੁਣ ਪ੍ਰੀਵੀਅਸ ਦੇ ਵਿੱਚ ਅਸੀਂ ਇੰਡੈਫੀਨਿਟ ਵਿੱਚ ਕੋਈ ਵੀ ਹੈਲਪਿੰਗ ਵਰਬ ਨਹੀਂ ਲਾਇਆ, ਸਿਰਫ ਐਸ ਜਾਂ ES ਹੀ ਲਾਉਂਦੇ ਸੀ ਵਰਬ ਦੀ ਫਾਰਮ ਦੇ ਨਾਲ। ਸੋ ਇੱਥੇ ਅਸੀਂ ਕੀ ਕਰਨਾ ਹੈ, ਸਬਜੈਕਟ ਹੋ ਗਿਆ ਸਾਡਾ ਪਲੱਸ ਹੈਲਪਿੰਗ ਵਰਬ ਹੋ ਗਿਆ। ਹੈਲਪਿੰਗ ਵਰਬ ਹੋ ਕੀ ਆ, ਇਜ਼, ਐਮ ਤੇ ਆਰ, 3 ਹੈਲਪਿੰਗ ਵਰਬ ਆ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਵਿੱਚ ਯੂਜ਼ ਹੁੰਦੇ, ਪਲੱਸ ਵਰਬ ਦੀ ਫਰਸਟ ਫਾਰਮ ਹੀ ਯੂਜ਼ ਹੋਣੀ ਆ। ਸੋ ਇਹਦੇ ਲਈ ਤੁਸੀਂ ਵਰਬਸ ਜਿਹੜੀਆਂ ਥੋੜ੍ਹੀਆਂ ਥੋੜ੍ਹੀਆਂ ਉਹ ਪੜ੍ਹਨੀਆਂ ਸਟਾਰਟ ਕਰ ਦਿਓ, ਠੀਕ ਹੈ। ਵਰਬ ਦੀ ਫਰਸਟ ਫਾਰਮ ਯੂਜ਼ ਹੁੰਦੀ ਆ ਤੇ ਨਾਲ ਉਹਦੇ ING ਲੱਗਦਾ ਤੇ ਨਾਲ ਆਬਜੈਕਟ, ਠੀਕ ਹੈ। ਇਸ ਤਰੀਕੇ ਦੇ ਨਾਲ ਜਿਹੜਾ ਅਸੀਂ ਇਹ ਫਾਰਮੂਲਾ ਯੂਜ਼ ਕਰਦੇ ਤੇ ਇਹ ਫਾਰਮੂਲੇ ਦੇ ਵਿੱਚ ਅਸੀਂ ਸੈਂਟੈਂਸ ਪੁੱਟ ਕਰਕੇ ਫਿਰ ਸੈਂਟੈਂਸ ਬਣਾਉਣਾ, ਠੀਕ ਹੈ। ਹੁਣ ਸਬਜੈਕਟ ਕਿਹੜੇ ਕਿਹੜੇ ਆ, ਮੈਂ ਪਿਛਲੀ ਵਾਰੀ ਵੀ ਦੱਸਿਆ ਸੀਗਾ, ਸਬਜੈਕਟ ਜਿਹੜੇ ਆ ਉਹ ਸਿੰਗੂਲਰ ਤੇ ਪਲੂਰਲ ਜਿਹੜੇ ਦੋ ਤਰ੍ਹਾਂ ਦੇ ਹੁੰਦੇ ਆ। ਸਿੰਗੂਲਰ ਜਿਹੜੇ ਸਿੰਗੂਲਰ ਜਿਹੜੇ ਅਸੀਂ ਸਬਜੈਕਟਸ ਕਹਿੰਦੇ ਆ ਉਹ ਕਿਹੜੇ ਕਿਹੜੇ ਹੁੰਦੇ ਆ, ਉਹ ਹੁੰਦੇ ਆ ਹੀ, ਸ਼ੀ, ਇਟ, ਇਹ ਸਿੰਗੂਲਰ ਹੁੰਦੇ ਆ। ਜਾਂ ਕਿਸੇ ਦਾ ਨਾਮ ਹੋਵੇ, ਕਿਸੇ ਦਾ ਨਾਂ ਹੋ, ਕਿਸੇ ਬੰਦੇ ਦਾ ਨਾਂ ਹੋਵੇ, ਇੱਕੋ ਸਿੰਗਲ ਬੰਦਾ ਹੋਵੇ, ਸਿੰਗਲ ਪਰਸਨ ਹੋਵੇ, ਤਾਂ ਉਹਨੂੰ ਅਸੀਂ ਕੀ ਆ, ਸਿੰਗੂਲਰ ਦੇ ਵਿੱਚ ਯੂਜ਼ ਕਰਦੇ ਆ। ਤੇ ਨੈਕਸਟ ਕੀ ਹੁੰਦੇ ਆ, ਪਲੂਰਲ। ਪਲੂਰਲ ਦੇ ਵਿੱਚ ਹੁਣ ਜਿਹੜੀਆਂ, ਹੁਣ ਦੇਖੋ ਆਈ ਜਿਹੜਾ ਆ ਉਹ ਇੱਕ ਸਪੈਸ਼ਲ ਕਿਸਮ ਦਾ ਸਬਜੈਕਟ ਆ, ਉਹਨੂੰ ਅਸੀਂ ਪਲੂਰਲ ਵਿੱਚ ਹੀ ਰੱਖਣੇ ਆ, ਪਲੂਰਲ ਵਿੱਚ ਹੀ ਰੱਖਣਾ ਹੈ। ਬੇਸ਼ੱਕ ਆਈ ਇੱਕ ਸਿੰਗੂਲਰ ਆਇਡੈਂਟੀਟੀ ਆ, ਹੁਣ ਅਸੀਂ ਇੱਕ ਸਿੰਗੂਲਰ ਆਇਡੈਂਟੀਟੀ ਆ, ਬਟ ਇਹਨੂੰ ਅਸੀਂ ਪਲੂਰਲ ਦੇ ਵਿੱਚ ਹੀ ਰੱਖਣਾ, ਇਹਨੂੰ ਜ਼ਰੂਰ ਯਾਦ ਰੱਖਣਾ। ਆਈ, ਵੀ, ਯੂ, ਦੇ, ਜਾਂ ਜ਼ਿਆਦਾ ਲੋਕੀ ਹੋਣ, ਠੀਕ ਹੈ। 2 ਜਾਂ 2 ਤੋਂ ਜ਼ਿਆਦਾ ਲੋਕੀ ਹੋਣ, ਸੌਰੀ,
ਠੀਕ ਹੈ। ਜਦੋਂ ਦੋ ਤੋਂ ਜ਼ਿਆਦਾ ਲੋਕੀ ਹੋਣ ਜਾਂ ਦੋ ਤੋਂ ਜ਼ਿਆਦਾ ਆਈਡੈਂਟੀਟੀਜ਼ ਹੋਣ ਤਾਂ ਫਿਰ ਵੀ ਅਸੀਂ ਉਹਨੂੰ ਪਲੂਰਲ ਦੇ ਵਿੱਚ ਹੀ ਰੱਖਦੇ ਹਾਂ। ਠੀਕ ਹੈ। ਹੁਣ ਦੇਖ ਲੈਂਦੇ ਹਾਂ ਕਿ ਇਸ ਜਿਹੜੇ ਹੈਲਪਿੰਗ ਵਰਬ ਆ ਉਹ ਅਸੀਂ ਕਿਹੜੇ ਸਬਜੈਕਟ ਦੇ ਨਾਲ ਯੂਜ਼ ਕਰਨੇ ਆ। ਸੋ ਜਿਹੜਾ ਇਜ਼ ਦਾ ਹੈਲਪਿੰਗ ਵਰਬ ਆ ਉਹ ਕਿਹੜੇ ਸਬਜੈਕਟ ਨਾਲ ਯੂਜ਼ ਹੋਣਾ, ਸਿਰਫ ਸਿੰਗੂਲਰ ਸਬਜੈਕਟਸ ਨਾਲ, ਜਿਵੇਂ ਕਿ ਹੀ, ਸ਼ੀ, ਇਟ। ਜਦੋਂ ਕੋਈ ਵੀ ਸਬਜੈਕਟ ਨਾ ਹੋਵੇ ਤਾਂ ਅਸੀਂ ਇਟ ਯੂਜ਼ ਕਰ ਲੈਂਦੇ ਹਾਂ। ਠੀਕ ਹੈ। ਇਟ ਜਾਂ ਕਿਸੇ ਦਾ ਨਾਮ ਹੋਵੇ, ਸਿੰਗੂਲਰ ਨਾਮ ਹੋਵੇ, ਸਿੰਗੂਲਰ ਆਇਡੈਂਟੀਟੀ ਹੋਵੇ ਤਾਂ ਅਸੀਂ ਇਜ਼ ਯੂਜ਼ ਕਰਨਾ। ਹੁਣ ਐਮ ਯੂਜ਼ ਕਰਨ ਦਾ ਤਰੀਕਾ ਬਹੁਤ ਸੌਖਾ, ਇਹ ਸਿਰਫ ਤੇ ਸਿਰਫ ਆਈ ਦੇ ਨਾਲ ਹੀ ਯੂਜ਼ ਹੋਣਾ। ਇਸ ਤੋਂ ਇਲਾਵਾ ਹੋਰ ਕਿਸੇ ਦੇ ਨਾਲ ਵੀ ਇਹ ਯੂਜ਼ ਨਹੀਂ ਹੁੰਦਾ ਹੈਗਾ। ਸੋ ਨੈਕਸਟ ਦੇਖ ਲੈਂਦੇ ਆਰ ਜਿਹੜਾ ਯੂਜ਼ ਹੁੰਦਾ ਉਹ ਪਲੂਰਲ ਦੇ ਨਾਲ ਯੂਜ਼ ਹੁੰਦਾ। ਠੀਕ ਹੈ। ਪਲੂਰਲ ਕਿਹੜੇ ਸਬਜੈਕਟ ਆ, ਜਿਵੇਂ ਕਿ ਕੀ ਹੋ ਗਿਆ, ਵੀ, ਯੂ, ਦੇ, ਇਹ ਹੋ ਗਿਆ, ਤੇ ਨਾਲ ਹੋ ਗਿਆ ਦੋ ਜਾਂ ਦੋ ਤੋਂ ਜ਼ਿਆਦਾ ਜਿਹੜੇ ਆਈਡੈਂਟੀਟੀਜ਼ ਹੋਣ। ਠੀਕ ਹੈ। 2 ਔਰ ਮੋਰ ਦੈਨ 2 ਜਾਂ +2 ਕਹਿ ਲਓ। ਤਾਂ ਇਹ ਜਿਹੜੀਆਂ ਮੋਰ ਆਈਡੈਂਟੀਟੀਜ਼ ਹੋਣ ਸਬਜੈਕਟ ਦੇ ਤੌਰ ਤੇ, ਜਿਵੇਂ ਆਪਾਂ ਕਹਿ ਦਿੰਦੇ ਆ ਜਿਮ ਐਂਡ ਆਈ। ਜਿਮ ਐਂਡ ਆਈ ਆਪਾਂ ਕਹਿ ਦਿੰਦੇ ਫਿਰ ਇਹ ਦੋ ਜਣੇ ਹੋਗਾ, ਇੱਥੇ ਵੀ ਅਸੀਂ ਆਰ ਹੀ ਯੂਜ਼ ਲਾਉਣਾ। ਜਿਮ ਐਂਡ ਆਈ ਆਰ ਗੋਇੰਗ ਟੂ ਸਕੂਲ। ਠੀਕ ਹੈ। ਇਹ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਆ, ਇਹ ਅਸੀਂ ਆਰ ਦੇ ਵਿੱਚ ਹੀ ਯੂਜ਼ ਕਰਨੀਆਂ। ਠੀਕ ਹੈ। ਸੋ ਨੈਕਸਟ ਦੇਖਦੇ ਹਾਂ ਅਸੀਂ ਸੈਂਟੈਂਸਸ ਕਿੱਦਾਂ ਬਣਾਉਣੇ, ਸਿੰਪਲ ਸੈਂਟੈਂਸਸ ਤੋਂ ਲੈ ਕੇ ਸਾਰੇ ਦੇ ਸਾਰੇ ਅਸੀਂ ਕਿੱਦਾਂ ਯੂਜ਼ ਕਰਨੇ ਨੈਗੇਟਿਵ ਵਗੈਰਾ ਦੇ ਵਿੱਚ। ਸੋ ਹੁਣ ਦੇਖੋ ਕੀ ਆ ਸਬਜੈਕਟ, ਹੁਣ ਦੇਖੋ ਕੀ ਇਹਦੇ ਵਿੱਚ ਸਿੰਪਲ ਦੇ ਵਿੱਚ ਅਸੀਂ ਫਾਰਮੂਲਾ ਤਾਂ ਆਲਰੇਡੀ ਲਿਖ ਲਿਆ ਸੀਗਾ, ਸਬਜੈਕਟ ਪਲੱਸ ਇਜ਼ ਐਮ ਆਰ ਇਹ ਹੈਲਪਿੰਗ ਵਰਬ ਹੋਗਾ, ਪਲੱਸ ਵਰਬ ਦੀ ਫਸਟ ਫਾਰਮ ਪਲੱਸ ING ਤੇ ਪਲੱਸ ਆਬਜੈਕਟ। ਹੁਣ ਦੇਖੋ ਇਹਨਾਂ ਦੀ ਆਈਡੈਂਟੀਫਿਕੇਸ਼ਨ ਸਭ ਤੋਂ ਪਹਿਲਾਂ ਤਾਂ ਅਸੀਂ ਕਰਦੇ ਹਾਂ। ਹੁਣ ਇਹ ਇੱਕ ਕਾਫੀ ਸਾਰੇ ਮੈਂ ਸੈਂਟੈਂਸਸ ਲਿਖੇ ਹੋਏ ਜਿਨ੍ਹਾਂ ਨੂੰ ਆਪਾਂ ਸਿੰਪਲ ਸੈਂਟੈਂਸਸ ਦੇ ਵਿੱਚ ਬਣਾਉਂਦੇ ਆ। ਪਹਿਲਾ ਹੈਗਾ ਹੁਣ ਉਹ ਸੰਗੀਤ ਸੁਣ ਰਹੀ ਹੈ। ਹੁਣ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸ ਦਿੰਦਾ, ਪੰਜਾਬੀ ਵਿੱਚ ਜਿਹੜੀ 90% ਆਫ ਦਾ ਟਾਈਮ ਜਿਹੜੀ ਆ ਉਹ ਅਸੀਂ ਯੂਜ਼ ਕਰਦੇ ਹੀ ਕਰਦੇ, ਜਿੱਦਾਂ ਕਿ ਕੀ ਹੁੰਦਾ ਹੈ, ਰਹੀ ਹੈ ਹੋਗਾ, ਰਹੇ ਹਨ, ਰਹੀਆਂ ਹਨ, ਰਹੇ, ਇਹ ਜਿੱਥੇ ਰਹੇ ਹਨ, ਰਹੀਆਂ ਹਨ ਜਾਂ ਇਦਾਂ ਦੀ ਕੋਈ ਰਿਹਾ ਹਾਂ, ਇਹ ਸਾਰਾ ਆਵੇ ਤਾਂ ਇਹ ਸਾਰੇ ਦਾ ਸਾਰਾ ਕੀ ਆਪਾਂ ਯੂਜ਼ ਕਰਦੇ ਆ, ਪ੍ਰੈਜ਼ੈਂਟ ਕੰਟੀਨਿਊਸ ਟੈਂਸ ਹੀ ਯੂਜ਼ ਕਰਦੇ ਆ ਉੱਥੇ। ਠੀਕ ਹੈ। ਜਿੱਥੇ ਪੰਜਾਬੀ ਦੇ ਵਿੱਚ ਅਖੀਰ ਤੇ ਰਿਹਾ ਹੈ, ਰਹੀਆਂ ਹਨ, ਰਹੇ ਹਨ, ਇਸ ਤਰੀਕੇ ਦਾ ਸੈਂਟੈਂਸ ਆਵੇ। ਠੀਕ ਹੈ। ਸੋ ਹੁਣ ਦੇਖਦੇ ਆ ਹੁਣ ਉਹ ਸੰਗੀਤ ਸੁਣ ਰਹੀ ਹੈ, ਯਾਨੀ ਕਿ ਇਹ ਪ੍ਰੋਗਰੈਸਿਵ ਐਕਸ਼ਨ ਆ, ਹੁਣ ਵੀ ਸੁਣੇ ਰਹੀ ਹੈ ਲਗਾਤਾਰ ਜਦੋਂ ਅਸੀਂ ਗੱਲ ਕਰ ਰਹੇ ਹਾਂ। ਠੀਕ ਹੈ। ਸੋ ਇਹਦੇ 'ਚ ਹੁਣ ਆਈਡੈਂਟੀਫਾਈ ਕੀ ਕਰਨਾ ਹੈ, ਅਸੀਂ ਇੱਥੇ ਆਈਡੈਂਟੀਫਾਈ ਕਰਦੇ ਸਬਜੈਕਟ ਕਿਹੜਾ ਹੈ, ਕੌਣ ਕਿਰਿਆ ਕਰ ਰਿਹਾ, ਕਿਰਿਆ ਕੌਣ ਕਰ ਰਿਹਾ। ਠੀਕ ਹੈ। ਉਹ ਕਿਰਿਆ ਕਰ ਰਹੀ ਹੈ, ਤੇ ਕਿਰਿਆ ਕਰਦੀ ਕਾਹਦੀ ਆ, ਸੁਣਨ ਦੀ, ਸੁਣ ਰਹੀ ਹੈ। ਇਹ ਕੀ ਹੋ ਗਿਆ, ਇਹ ਵਰਬ ਹੋ ਗਿਆ, ਇਹ ਹੋ ਗਿਆ ਸਾਡਾ ਸਬਜੈਕਟ। ਹੁਣ ਜਿਹੜਾ ਉਹ ਨਾਉ ਟਾਈਮ ਚੱਲ ਰਿਹਾ। ਠੀਕ ਹੈ। ਹੈਗਾ ਆਬਜੈਕਟ ਕੀ ਆ, ਮਿਊਜ਼ਿਕ। ਆ ਜਿਹੜਾ ਸੰਗੀਤ ਸਾਡਾ ਆ ਇਹ ਹੈਗਾ ਸਾਡਾ ਆਬਜੈਕਟ, ਸੰਗੀਤ ਨੂੰ ਸੁਣ ਰਹੀ ਹੈ। ਇਸ ਤਰੀਕੇ ਦੀਆਂ ਅਸੀਂ ਚੀਜ਼ਾਂ ਲਾਉਣੀਆਂ ਤੇ ਸਾਡਾ ਸੈਂਟੈਂਸ ਹੁਣ ਕੀ ਬਣੂਗਾ, ਸੈਂਟੈਂਸ ਸਾਡਾ ਬਣ ਜਾਣਾ she is listening the music now। ਉਹ ਹੁਣ ਮਿਊਜ਼ਿਕ ਸੁਣ ਰਹੀ ਹੈ। ਸਾਫ਼ ਜਿਹੜਾ ਸਾਡਾ ਸੈਂਟੈਂਸ ਬਣ ਗਿਆ। ਮੇਰੇ ਦੋਸਤੋ ਆਈਡੈਂਟੀਫਿਕੇਸ਼ਨ ਸੈਂਟੈਂਸ ਦੀ ਬਹੁਤ ਜ਼ਰੂਰੀ ਆ ਕਿ ਸਬਜੈਕਟ ਕਿਹੜਾ ਆ, ਵਰਬ ਕਿਹੜੀ ਆ, ਆਬਜੈਕਟ ਕਿਹੜਾ ਹੈ, ਤੇ ਬਾਕੀ ਸਾਰੀਆਂ ਚੀਜ਼ਾਂ ਕਿਹੜੀਆਂ ਜਿੱਥੇ ਅਸੀਂ ਯੂਜ਼ ਕਰਨੀਆਂ। ਠੀਕ ਹੈ। ਇਹ ਸਾਰੀਆਂ ਚੀਜ਼ਾਂ ਜਦੋਂ ਤੁਸੀਂ ਆਈਡੈਂਟੀਫਾਈ ਕਰਨੀਆਂ ਫਿਰ ਤੁਸੀਂ ਕੀ ਕਰਨਾ, ਇਸ ਫਾਰਮੂਲੇ 'ਚ ਪੁੱਟ ਕਰ ਦੇਣਾ, ਫਿਰ ਤੁਹਾਡਾ ਸੈਂਟੈਂਸ ਬਣਨਾ। ਹੁਣ ਦੇਖੋ ਪੰਜਾਬੀ ਵਿੱਚ ਤਾਂ ਅਲੱਗ-ਅਲੱਗ ਜਗ੍ਹਾ ਦੇ ਉੱਤੇ ਲਿਖਿਆ ਹੋਇਆ ਸੀਗਾ, ਬਟ ਸਬਜੈਕਟ ਹੁਣ ਕੀ ਹੋ ਗਿਆ, ਇਹ ਸਭ ਤੋਂ ਅੱਗੇ ਆ ਗਿਆ। ਠੀਕ ਹੈ। ਜਿਹੜਾ ਹੁਣ ਹੈਲਪਿੰਗ ਵਰਬ ਇਜ਼ ਐਮ ਆਰ ਲਾਉਣਾ ਸੀ, ਰਿਹਾ ਹੈ, ਰਹੀ ਹੈ, ਜਾਂ ਇਹਦੇ ਅਕੋਰਡਿੰਗਲੀ ਅਸੀਂ ਜਿਹੜਾ ਸਬਜੈਕਟ ਦੇ ਅਕੋਰਡਿੰਗਲੀ ਅਸੀਂ ਲਾਤਾ ਹੈਲਪਿੰਗ ਵਰਬ ਇਜ਼ ਲਾਤਾ। ਠੀਕ ਹੈ। ਉਸ ਤੋਂ ਬਾਅਦ 'ਚ ਵਰਬ ਦੀ ਫਾਰਮ, ਫਿਰ ING ਲਾਤਾ, ਵਰਬ ਦੀ ਫਾਰਮ ਹੋ ਗਈ, ਫਿਰ ING ਲਾਤਾ, ਫਿਰ ਆਬਜੈਕਟ ਜਿੰਨੇ ਵੀ ਉਹ ਸਾਰੇ ਉਹ ਤੋਂ ਬਾਅਦ ਵਿੱਚ। ਇਸ ਤਰੀਕੇ ਦੇ ਨਾਲ ਆਪਾਂ ਸੈਂਟੈਂਸ ਨੂੰ ਜਿਹੜਾ ਆ ਉਹ ਕਰਨਾ। ਠੀਕ ਹੈ। ਹੁਣ ਅਗਲਾ ਹੈਗਾ ਸਕੂਲ ਤੋਂ ਬਾਅਦ ਲੜਕੇ ਫੁੱਟਬਾਲ ਖੇਡ ਰਹੇ ਹਨ। ਸਕੂਲ ਤੋਂ ਬਾਅਦ ਖੇਡ ਰਹੇ ਹਨ। ਹੁਣ ਦੇਖੋ ਕੀ ਆ, ਰਹੇ ਹਨ ਵਾਲਾ ਆ ਗਿਆ, ਜ਼ਿਆਦਾ ਲੜਕੇ ਆ, ਇਹਦਾ ਕੀ ਆਉਣਾ ਹੁਣ, ਦ ਬॉयਜ਼ ਹੁਣ ਦੇਖੋ ਬॉयਜ਼ ਆ, ਜ਼ਿਆਦਾ ਨੰਬਰ ਆ, ਤਾਂ ਇਹਦਾ ਮਤਲਬ ਇੱਥੇ ਆਰ ਆਊਗਾ ਹੈਲਪਿੰਗ ਵਰਬ। ਠੀਕ ਹੈ ਜੀ। ਆਰ ਹੈਲਪਿੰਗ ਵਰਬ ਆ ਗਿਆ। ਬॉयਜ਼ ਆਰ ਪਲੇਇੰਗ ਫੁੱਟਬਾਲ। ਹੁਣ ਦੇਖੋ ਇਹ ਤੋਂ ਬਾਅਦ ਕੀ ਆਊਗਾ, ਆਫਟਰ
ਸਕੂਲ। ਬॉयਜ਼ ਆਰ ਪਲੇਇੰਗ ਫੁੱਟਬਾਲ ਆਫਟਰ ਸਕੂਲ। ਬੱਚੇ ਜਿਹੜੇ ਆ ਉਹ ਸਕੂਲ ਤੋਂ ਬਾਅਦ ਵਿੱਚ ਫੁੱਟਬਾਲ ਖੇਡ ਰਹੇ ਹਨ। ਸਕੂਲ ਖਤਮ ਕਰਨ ਤੋਂ ਬਾਅਦ ਯਾਨੀ ਕਿ ਫੁੱਟਬਾਲ ਖੇਡ ਰਹੇ ਆ। ਠੀਕ ਹੈ, ਇਸ ਤਰੀਕੇ ਦਾ ਸੈਂਟੈਂਸ ਹੈ ਇਹ। ਹੁਣ ਇਸ ਤੋਂ ਬਾਅਦ ਵਿੱਚ ਕੀ ਆਊਗਾ ਸੈਂਟੈਂਸ, ਇਸ ਵੇਲੇ ਹਰੀਸ਼ ਆਪਣੇ ਕੱਪੜੇ ਪ੍ਰੈਸ ਕਰ ਰਿਹਾ ਹੈ। ਹੁਣ ਇਹ 'ਚ ਦੇਖੋ ਹਰੀਸ਼ ਜਿਹੜਾ ਆ ਉਹ ਸਾਡਾ ਸਬਜੈਕਟ ਆ। ਠੀਕ ਹੈ, ਕੱਪੜੇ ਪ੍ਰੈਸ ਕਰਨਾ ਇਹਨੂੰ ਕਹਿੰਦੇ ਆ ਆਇਰਨ ਕਰਨਾ। ਠੀਕ ਹੈ, ਇਹ ਸਾਡੀ ਹੁਣ ਪ੍ਰੈਸ ਕਰਨਾ ਜਿਹੜਾ ਹੈ ਇਹ ਸਾਡਾ ਕੀ ਹੋ ਗਿਆ, ਵਰਬ ਹੋ ਗਿਆ। ਠੀਕ ਹੈ, ਇਸ ਵੇਲੇ ਇਹ ਸਾਰੀਆਂ ਚੀਜ਼ਾਂ ਬਾਅਦ ਵਿੱਚ ਆਉਗੀਆਂ ਵੀ ਹੁਣ ਕੀ ਕਰਦਾ ਹੈ, ਕਿਹੜੇ ਟਾਈਮ ਕੀ ਕਰ ਰਿਹਾ ਹੈ। ਹੁਣ ਦੇਖੋ ਇਹਦਾ ਸੈਂਟੈਂਸ ਸਾਡਾ ਕੀ ਬਣੂਗਾ, ਹਰੀਸ਼। ਹੁਣ ਮੇਰੇ ਦੋਸਤੋ ਇਹ ਦੇਖੋ ਵੀ ਇੱਥੇ ਹੈਲਪਿੰਗ ਵਰਬ ਕਿਹੜਾ ਲੱਗੂਗਾ, ਕਿਉਂਕਿ ਇੱਥੇ ਹੁਣ ਕਿਸੇ ਦਾ ਨਾਮ ਆ। ਠੀਕ ਹੈ, ਨਾਮ ਆ ਉੱਤੇ ਸਿੰਗੂਲਰ ਆ, ਇਕੱਲਾ ਬੰਦਾ ਆ, ਇਹਦਾ ਮਤਲਬ ਇੱਥੇ ਇਜ਼ ਲੱਗੂਗਾ। ਠੀਕ ਹੈ, ਆਪਾਂ ਪਹਿਲਾਂ ਪੜ੍ਹਿਆ ਸੀ ਨਾ ਇਜ਼ ਕਿੱਥੇ ਕਿੱਥੇ ਲੱਗਦਾ ਹੈ, ਇਜ਼ ਲੱਗਦਾ ਹੀ ਸ਼ੀ ਇਟ ਦੇ ਉੱਤੇ ਜਾਂ ਕਿਸੇ ਦਾ ਨਾਮ ਹੋਵੇ, ਸਿੰਗੂਲਰ ਆਇਡੈਂਟੀਟੀ ਦੇ ਹੋਵੇ। ਹਰੀਸ਼ ਇਜ਼ ironing his clothes right now। ਇਸ ਵੇਲੇ ਹਰੀਸ਼ ਜਿਹੜਾ ਆਪਣੇ ਕੱਪੜੇ ਪ੍ਰੈਸ ਕਰ ਰਿਹਾ ਹੈ। ਠੀਕ ਹੈ, ਸਿੱਧਾ ਸਿੱਧਾ ਸੈਂਟੈਂਸ ਬਣ ਗਿਆ। ਨੈਕਸਟ ਹੈਗਾ, ਸਾਰੇ ਦੇ ਸਾਰੇ ਸਿੰਪਲ ਸੈਂਟੈਂਸ ਹੀ ਆ। ਬੱਚੇ ਆਪਣਾ ਪਾਠ ਪੜ੍ਹ ਰਹੇ ਹਨ। ਹੁਣ ਬੱਚੇ ਸਾਰੇ ਸਬਜੈਕਟ ਹੋ ਗਏ। ਠੀਕ ਹੈ, ਆਪਣਾ ਪਾਠ ਪੜ੍ਹਨਾ ਜਿਹੜਾ ਆ ਕਿਰਿਆ ਆ, ਉਹ ਕਿਰਿਆ ਕੰਮ ਕਰ ਰਿਹਾ ਯਾਨੀ ਕਿ। ਠੀਕ ਹੈ, ਪੜ੍ਹਨਾ ਜਿਹੜਾ ਆ ਪੜ੍ਹਾਈ ਕਰਨੀ ਆ ਉਹ ਹੈਗਾ ਆ ਆਪਣਾ ਵਰਬ ਦੀ ਫਾਰਮ ਹੋ ਗਈ ਆ। ਬੱਚਿਆਂ ਦੇ ਬੱਚੇ ਜ਼ਿਆਦਾ ਨੰਬਰ ਰਹੇ ਹਨ ਤਾਂ ਆਪਾਂ ਨੂੰ ਪਤਾ ਲੱਗ ਜਾਣਾ ਕਿ ਕੁਆਂਟੀਟੀ ਕਿੰਨੀ ਹੈ, ਇਹ ਜ਼ਿਆਦਾ ਨੰਬਰ ਹੈ। ਠੀਕ ਹੈ, ਸੋ ਬੱਚਿਆਂ ਦਾ ਕੀ ਹੁੰਦੀ ਹੈ, ਚਿਲਡਰਨ। Children are studying ਹੁਣ ਆਪਣਾ ਪਾਠ, ਹੁਣ ਬੱਚਿਆਂ ਦੇ ਅਕੋਰਡਿੰਗਲੀ ਜ਼ਿਆਦਾ ਨੰਬਰ ਆਫ ਅਕੋਰਡਿੰਗਲੀ ਕੀ ਹੋਣਾ, ਦੇਅਰ। ਜਿੱਦਾਂ ਹੀ ਦਾ ਹਿਜ਼ ਹੁੰਦਾ ਹੈ, ਸ਼ੀ ਦਾ ਹਰ ਹੋ ਗਿਆ, ਆਈ ਦਾ ਮਾਈ ਹੋ ਗਿਆ, ਦੇ ਦਾ ਦੇਅਰ, ਤੇ ਬੱਚਿਆਂ ਦਾ ਵੀ ਦੇਅਰ ਹੀ ਆ ਜਾਣਾ। ਇਸ ਤਰੀਕੇ ਦੇ ਨਾਲ ਜਿਹੜੀ ਆ ਅਸੀਂ ਉਹਨਾਂ ਦੀ ਆਪਣਾ ਪਾਠ ਇਸ ਤਰੀਕੇ ਨਾਲ ਆਪਾਂ ਲਿਖਣਾ, ਚਿਲਡਰਨ ਆਰ ਸਟੱਡਿੰਗ ਦੇਅਰ ਲੈਸਨ। ਠੀਕ ਹੈ ਜੀ, ਚਿਲਡਰਨ ਆਰ ਸਟੱਡਿੰਗ ਦੇਅਰ ਲੈਸਨ। ਇਸ ਤਰੀਕੇ ਨਾਲ ਸਾਡੀ ਜਿਹੜੀ ਬਣ ਗਈ ਆ ਸੈਂਟੈਂਸ ਦੀ ਇੰਗਲਿਸ਼ ਬਣ ਗਈ ਆ। ਹੁਣ ਅਗਲਾ ਕੀ ਆ, ਆਦਮੀ ਫੋਨ ਤੇ ਗੱਲ ਕਰ ਰਿਹਾ ਹੈ। ਇਹ ਵੀ ਹੁਣ ਪ੍ਰੋਗਰੈਸਿਵ ਹੀ ਆ। ਹੁਣ ਇਹਦਾ ਕਿੱਦਾਂ ਆਊਗਾ, ਇਸ ਤਰੀਕੇ ਦੇ ਨਾਲ ਹੁਣ ਤੁਸੀਂ ਸਭ ਤੋਂ ਪਹਿਲਾਂ ਤਾਂ ਆਪਣਾ ਜਿਹੜੀ ਆ ਆਈਡੈਂਟੀਫਿਕੇਸ਼ਨ ਕਰਨੀ ਆ ਸੈਂਟੈਂਸਸ ਦੇ ਵਿੱਚ ਸਬਜੈਕਟ ਦੀ ਤੇ ਵਰਬ ਦੀ, ਸਾਰਿਆਂ ਦੀ ਇਹ ਤੁਸੀਂ ਆਈਡੈਂਟੀਫਿਕੇਸ਼ਨ ਹੀ ਕਰਨੀ। ਉਸ ਤੋਂ ਬਾਅਦ ਇਹ ਸੈਂਟੈਂਸ ਜਿਹੜਾ ਆਪਣਾ ਪੁੱਟ ਕਰਨਾ ਹੈ। ਦ ਮੈਨ, ਹੁਣ ਮੈਂ ਜਲਦੀ ਤੁਹਾਨੂੰ ਕਰਾ ਦਿੰਦਾ ਸਾਰੀਆਂ ਚੀਜ਼ਾਂ ਕਿਉਂਕਿ ਆਲਰੇਡੀ ਤੁਸੀਂ ਦੇਖ ਹੀ ਲਈਆਂ। ਦ ਮੈਨ ਇਜ਼, ਹੁਣ ਆਦਮੀ ਇੱਕ ਇਕੱਲੀ ਆਈਡੈਂਟੀਟੀ ਹੈ, ਇੱਥੇ ਇਜ਼ ਆ ਗਿਆ। ਟਾਕਿੰਗ ਔਨ ਦ ਫੋਨ, ਟਾਕਿੰਗ ਔਨ ਦਾ ਫੋਨ, ਆਦਮੀ ਫੋਨ ਤੇ ਗੱਲ ਕਰ ਰਿਹਾ। ਦ ਮੈਨ ਇਜ਼ ਟਾਕਿੰਗ ਔਨ ਦਾ ਫੋਨ। ਹੁਣ ਦੇਖੋ ਹੁਣ ਸਾਰੇ ਹੁਣ ਆਪਾਂ ਇੱਕ ਸੈਂਟੈਂਸ ਜਿਹੜਾ ਹੈ ਆਈ ਵਾਲਾ ਵੀ ਕਰ ਲੈਂਦੇ ਹਾਂ। ਠੀਕ ਹੈ, ਇਹਦੇ ਵਿੱਚ ਕੀ ਆ, ਮੈਂ ਅੱਜ ਕੱਲ੍ਹ ਪ੍ਰਤੀਯੋਗਤਾ ਪੇਪਰਾਂ ਦੀ ਤਿਆਰੀ ਕਰ ਰਿਹਾ ਹਾਂ, ਜਾਂ ਕਹਿ ਲਓ ਮੈਂ ਅੱਜ ਕੱਲ੍ਹ ਪ੍ਰਤੀਯੋਗਤਾ ਪੇਪਰਾਂ ਦੇ ਲਈ ਤਿਆਰੀ ਕਰ ਰਿਹਾ ਹਾਂ। ਦੋਨੇ ਇੱਕੋ ਹੀ ਚੀਜ਼ਾਂ ਹੋ ਗਈਆਂ ਇਹ। ਤੇ ਇੱਥੇ ਸਾਡਾ ਸੈਂਟੈਂਸ ਕੀ ਬਣਨਾ, ਆਈ। ਹੁਣ ਆਈ ਦੇ ਨਾਲ ਕੀ ਲੱਗੂਗਾ, ਐਮ। ਠੀਕ ਹੈ, ਇਹੀ ਚੀਜ਼ ਲੱਗਣੀ ਹੈ, ਪ੍ਰੀਪੇਅਰਿੰਗ I am preparing for। ਹੁਣ ਪ੍ਰਤੀਯੋਗਤਾ ਪੇਪਰ ਕਿਹੜੇ ਹੁੰਦੇ, ਕੰਪੀਟੀਟਿਵ ਐਗਜ਼ਾਮ। ਠੀਕ ਹੈ, competitive exam। I am preparing for competitive exam ਅੱਜ ਕੱਲ੍ਹ, now a days। ਇਸ ਤਰੀਕੇ ਨਾਲ ਆਪਾਂ ਲਿਖ ਦੇਣਾ, ਇਹਨਾਂ ਦੇ ਵਿੱਚ ਤੁਸੀਂ ਹਾਈਫਨ ਪਾ ਸਕਦੇ, ਨਾਓ ਅਡੇਜ਼। ਠੀਕ ਹੈ, ਇਸ ਤਰੀਕੇ ਨਾਲ ਅਸੀਂ ਲਿਖ ਦੇਣਾ ਹੈ ਇਹਨਾਂ ਨੂੰ, ਨਾਓ ਸਾਰਿਆਂ ਨੂੰ। ਤੇ ਹੁਣ ਦੇਖੋ ਇਹਦੇ ਵਿੱਚ ਕੀ ਆ, ਹੁਣ ਨੈਗੇਟਿਵ ਸੈਂਟੈਂਸ ਜਿਹੜਾ ਉਹ ਵੀ ਅਸੀਂ ਬਣਾਉਣੇ ਆ। ਨੈਗੇਟਿਵ ਸੈਂਟੈਂਸਸ ਦੇ ਵਿੱਚ ਕੀ ਹੋਗਾ, ਸਬਜੈਕਟ ਪਲੱਸ ਇਜ਼ ਐਮ ਆਰ ਪਲੱਸ ਨੋਟ। ਹੁਣ ਜਿਹੜਾ ਆ ਹੈਲਪਿੰਗ ਵਰਬ ਦੇ ਨਾਲ ਨੋਟ ਲੱਗਣਾ, ਪਲੱਸ ਵਰਬ ਦੀ ਫਸਟ ਫਾਰਮ ਪਲੱਸ ING ਪਲੱਸ ਆਬਜੈਕਟ। ਇਹ ਤਾਂ ਸਾਰੇ ਉਵੇਂ ਦੇ ਉਵੇਂ ਲੱਗਣੇ ਆ ਸੇਮ ਤਰੀਕੇ ਦੇ ਨਾਲ। ਹੁਣ ਜਿਹੜੇ ਮੈਂ ਦੋ ਕੁ ਸੈਂਟੈਂਸਸ ਦੀ ਨੈਗੇਟਿਵ ਫਾਰਮ ਬਣਾ ਦਿੰਦਾ, ਬਾਕੀ ਤੁਸੀਂ ਆਪ ਬਣਾ ਲਿਓ। ਠੀਕ ਹੈ, ਸੋ ਇੱਥੇ ਹੁਣ ਥਰਡ ਸੈਂਟੈਂਸ ਸੀਗਾ ਸਾਡੇ ਕੋਲ ਹਰੀਸ਼ ਵਾਲਾ।
ਇਸ ਵੇਲੇ ਹਰੀਸ਼ ਆਪਣੇ ਕੱਪੜੇ ਪ੍ਰੈਸ ਕਰ ਰਿਹਾ ਹੈ। ਹੁਣ ਇਹਨੂੰ ਅਸੀਂ ਨੈਗੇਟਿਵ ਕਿੱਦਾਂ ਬਣਾਉਣਾ, ਇਸ ਵੇਲੇ ਹਰੀਸ਼ ਆਪਣੇ ਕੱਪੜੇ ਪ੍ਰੈਸ ਨਹੀਂ ਕਰ ਰਿਹਾ ਹੈ, ਠੀਕ ਹੈ। ਇੱਥੇ ਪ੍ਰੈਸ ਨਹੀਂ ਕਰ ਰਿਹਾ ਹੈ, ਇਸ ਤਰੀਕੇ ਨਾਲ ਆ ਜਾਣਾ, ਤੇ ਸਿਰਫ ਜਿਹੜੀ ਆ ਇਸ ਦੇ ਨਾਲ ਨੋਟ ਆ ਜਾਣਾ, ਬਾਕੀ ਦਾ ਸਾਰਾ ਸੈਂਟੈਂਸ ਉਵੇਂ ਦਾ ਉਵੇਂ ਰਹਿ ਜਾਣਾ, ਠੀਕ ਹੈ। ਹਰੀਸ਼ ਇਜ਼ ਨਾਟ ਆਇਰਨਿੰਗ his clothes right now। ਹਰੀਸ਼ ਆਪਣੇ ਕੱਪੜੇ ਪ੍ਰੈਸ ਨਹੀਂ ਕਰ ਰਿਹਾ ਹੈ, ਠੀਕ ਹੈ। ਸੋ ਨੈਕਸਟ ਆਪਾਂ ਦੇਖ ਲੈਂਦੇ ਹਾਂ, ਇੱਕ ਫੋਰਥ ਸੈਂਟੈਂਸ ਬਣਾ ਦਿੰਦੇ ਆ ਨੈਗੇਟਿਵ ਫਾਰਮ ਦੇ ਵਿੱਚ। ਬੱਚੇ ਆਪਣਾ ਪਾਠ ਪੜ੍ਹ ਰਹੇ ਹਨ, ਬੱਚੇ ਆਪਣਾ ਪਾਠ ਨਹੀਂ ਪੜ੍ਹ ਰਹੇ ਹਨ, ਸਿੱਧਾ ਪਾਠ ਇੱਥੋਂ ਬਾਅਦ ਵਿੱਚ ਨਹੀਂ ਆ ਜਾਣਾ, ਪੜ੍ਹ ਰਹੇ ਹਨ, ਬਾਕੀ ਸਿੰਪਲ ਸੈਂਟੈਂਸ ਜਿਵੇਂ ਦੱਸੇਗਾ ਜੀ। ਚਿਲਡਰਨ ਆਰ ਸਟੱਡਿੰਗ देयर ਲੈਸਨ, ਚਿਲਡਰਨ ਆਰ ਨਾਟ ਸਟੱਡਿੰਗ देयर ਲੈਸਨ, ਇੱਥੇ ਨਾਟ ਆ ਜਾਣਾ ਇਕੱਲਾ ਹੀ। ਠੀਕ ਹੈ। ਇਸ ਤਰੀਕੇ ਸਿਰਫ ਮੈਂ 2 ਹੀ ਬਣਾਏ, ਬਾਕੀ ਦੇ 4 ਤੁਸੀਂ ਜਿਹੜੇ ਨੈਗੇਟਿਵ ਫਾਰਮ ਦੇ ਵਿੱਚ ਆਪ ਟਰਾਈ ਕਰਕੇ ਬਣਾ ਕੇ ਦੇਖਣੇ ਆ, ਠੀਕ ਹੈ। ਸੋ ਹੁਣ ਦੇਖ ਲੈਂਦੇ ਆ ਕਿ ਇੰਟੈਰੋਗੇਟਿਵ ਫਾਰਮ ਵੀ ਹੁੰਦੀ ਸਾਡੀ। ਇੰਟੈਰੋਗੇਟਿਵ ਫਾਰਮ ਜਾਂ ਕੁਐਸਚਨ ਫਾਰਮ ਦੇ ਵਿੱਚ ਕੀ ਹੁੰਦਾ ਹੈ, ਇਹਦਾ ਫਾਰਮੂਲਾ ਹੁੰਦਾ ਇਜ਼ MR, ਜਿਹੜਾ ਹੈਲਪਿੰਗ ਵਰਬ ਆ ਉਹ ਸਾਡੇ ਮੋਹਰੇ ਆ ਜਾਂਦੇ ਆ, ਪਲੱਸ ਸਬਜੈਕਟ ਹੁੰਦਾ, ਪਲੱਸ ਵਰਬ ਦੀ ਫਰਸਟ ਫਾਰਮ ਆ ਜਾਂਦੀ ਆ, ਫਿਰ ING ਆ ਜਾਂਦੀ ਆ, ਫਿਰ ਆਉਂਦਾ ਆਬਜੈਕਟ, ਠੀਕ ਹੈ। ਇਸ ਤਰੀਕੇ ਦੇ ਨਾਲ ਫਿਰ ਆਬਜੈਕਟ ਤੋਂ ਬਾਅਦ ਵਿੱਚ ਜਿਹੜਾ ਹੈ ਤੁਸੀਂ ਕੁਐਸਚਨ ਮਾਰਕ ਪਾਉਣਾ ਨਹੀਂ ਭੁੱਲਣਾ, ਕਿਉਂਕਿ ਇਹਦੇ ਵੀ ਨੰਬਰ ਕੱਟੇ ਜਾਂਦੇ ਆ ਜੇ ਤੁਸੀਂ ਪੇਪਰਾਂ ਦੇ ਹਿਸਾਬ ਨਾਲ ਆਪਣੇ 10ਵੀਂ 9ਵੀਂ 11ਵੀਂ ਇਹ ਹਿਸਾਬ ਨਾਲ ਪੜ੍ਹ ਰਹੇ ਤਾਂ ਕੁਐਸਚਨ ਮਾਰਕ ਵੀ ਜਿਹੜਾ ਪਿੱਛੇ ਪਾਉਣਾ ਹੀ ਪਾਉਣਾ ਹੈ, ਠੀਕ ਹੈ। ਇਸ ਤਰੀਕੇ ਦੇ ਸੈਂਟੈਂਸ ਹੁਣ ਦੇਖ ਲੈਂਦੇ, ਮੈਂ 2 ਬਣਾ ਦਿੰਦਾ। ਹੁਣ ਪਹਿਲਾ ਸੈਂਟੈਂਸ ਸੀਗਾ ਸਾਡੇ ਕੋਲ, ਉਹ ਸੰਗੀਤ ਸੁਣ ਰਹੀ ਹੈ, ਸ਼ੀ ਇਜ਼ ਲਿਸਨਿੰਗ ਦ ਮਿਊਜ਼ਿਕ ਨਾਓ। ਹੁਣ ਇੱਥੇ ਕੀ ਆਊਗਾ, ਕੀ ਹੁਣ ਉਹ ਸੰਗੀਤ ਸੁਣ ਰਹੀ ਹੈ, ਪਿੱਛੇ ਕੁਐਸਚਨ ਮਾਰਕ ਆਊਗਾ, ਇੱਥੇ ਮੂਹਰੇ ਕੀ ਆ ਜਾਣਾ, ਕੀ ਹੁਣ ਉਹ ਸੰਗੀਤ ਸੁਣ ਰਹੀ ਹੈ, ਤੇ ਇੱਥੇ ਆਪਣਾ ਸੈਂਟੈਂਸ ਕੀ ਬਣੂਗਾ, ਇਜ਼ ਸ਼ੀ ਲਿਸਨਿੰਗ ਦ ਮਿਊਜ਼ਿਕ ਨਾਓ, ਠੀਕ ਹੈ। ਇਹ ਆਊਗਾ ਇਜ਼ ਸ਼ੀ ਲਿਸਨਿੰਗ ਦ ਮਿਊਜ਼ਿਕ ਨਾਓ, ਪਿੱਛੇ ਕੁਐਸਚਨ ਮਾਰਕ, ਠੀਕ ਹੈ। ਇਸ ਤਰੀਕੇ ਨਾਲ ਸੀਗਾ। ਸੋ ਹੁਣ ਨੈਕਸਟ ਕੀ ਸੀਗਾ, ਨੈਕਸਟ ਇੱਕ ਆਪਾਂ ਬਣਾ ਲੈਂਦੇ ਆ, 5th ਬਣਾ ਲੈਂਦੇ ਆ। ਆਦਮੀ ਫੋਨ ਤੇ ਗੱਲ ਕਰ ਰਿਹਾ ਹੈ, ਦ ਮੈਨ ਇਜ਼ ਟਾਕਿੰਗ ਔਨ ਦ ਫੋਨ, ਠੀਕ ਹੈ। ਹੁਣ ਇਹਦਾ ਸੈਂਟੈਂਸ 5th ਸੀਗਾ, ਇਜ਼ ਦ ਮੈਨ ਟਾਕਿੰਗ ਔਨ ਦ ਫੋਨ, ਪਿੱਛੇ ਕੁਐਸਚਨ ਮਾਰਕ। ਇਹ ਸਾਰੇ ਦੇ ਬਾਕੀ ਦੇ ਸੈਂਟੈਂਸ ਜਿੰਨੇ ਵੀ ਸੀ, ਹੁਣ ਮੈਂ ਪਹਿਲਾ ਤੇ 5ਵਾਂ ਬਣਾਤਾ, ਬਾਕੀ ਦੇ ਸੈਂਟੈਂਸ ਜਿਹੜੇ 4 ਦੇ 4 ਤੁਸੀਂ ਆਪ ਬਣਾਉਣੇ, ਠੀਕ ਹੈ, ਇੰਟੈਰੋਗੇਟਿਵ ਫਾਰਮ ਦੇ ਵਿੱਚ। ਹੁਣ ਦੇਖੋ ਇਹ ਬਹੁਤ ਸੌਖਾ ਸੈਂਟੈਂਸ ਸੀਗਾ, ਤੋਂ ਇਸ ਤੋਂ ਬਾਅਦ ਵਿੱਚ ਇੱਕ ਹੋਮਵਰਕ ਦੇਖ ਲੈਂਦੇ ਆ। ਹੋਮਵਰਕ ਦੇ ਵਿੱਚ ਕੀ ਤੁਸੀਂ ਆਪਣੇ ਸੈਂਟੈਂਸ ਤੁਸੀਂ ਆਪਣੇ ਆਪ ਬਣਾਉਣੇ ਆ, ਇਹਨਾਂ ਦੇ ਵਿੱਚੋਂ ਕਈ 3 ਫਾਰਮਸ ਦੇ ਵਿੱਚ ਟਰਾਈ ਕਰਿਓ ਬਣਾਉਣ ਦੀ, ਠੀਕ ਹੈ। ਇਹ ਦੇਖ ਲੈਂਦੇ ਹੁਣ, ਬੱਚੇ ਖੁਸ਼ੀ ਖੁਸ਼ੀ ਨਹੀਂ ਖੇਡ ਰਹੇ ਹਨ, ਪਹਿਲਾ ਸੈਂਟੈਂਸ। ਦੂਜਾ, ਕੀ ਉਹ ਕਾਰ ਇੱਧਰ ਆ ਰਹੀ ਹੈ, ਠੀਕ ਹੈ, ਦੂਜਾ ਹੋ ਗਿਆ। ਉਹ ਇਸ ਸਮੇਂ ਕੰਮ ਕਰ ਰਹੀ ਹੈ, 3rd। ਜੈਕ ਐਂਡ ਟੌਮ ਹਮੇਸ਼ਾ ਝਗੜਦੇ ਰਹਿੰਦੇ ਹਨ, ਨੈਕਸਟ ਕੀ ਆ, ਉਹ ਅੱਜ ਰਾਤ ਖੇਡ ਨੂੰ ਨਹੀਂ ਜਾ ਰਿਹਾ ਹੈ। ਹੁਣ ਇੱਥੇ ਖੇਡ ਦਾ ਮਤਲਬ ਹੁੰਦਾ ਗੇਮ, ਜਿੱਦਾਂ ਆਪਾਂ ਗੇਮ ਦੇਖਣ ਜਾਂਦੇ ਨਾ, ਉਹ ਸੈਂਟੈਂਸ ਆ, ਉਹ ਅੱਜ ਰਾਤ ਖੇਡ ਨੂੰ ਨਹੀਂ ਜਾ ਰਿਹਾ ਹੈ, ਠੀਕ ਹੈ। ਇਹ ਸੈਂਟੈਂਸ ਜਿਹੜੇ ਸਾਰੇ ਤੁਸੀਂ ਹੋਮਵਰਕ ਕਰਨੇ ਆ, ਬਾਕੀ ਮੈਂ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਕਰਾ ਵੀ ਦਊਂਗਾ। ਸੋ ਇਹ ਸਾਰੇ ਹੁਣ ਇੰਗਲਿਸ਼ ਦੇ ਨਾਲ ਰਿਲੇਟਡ ਵੀਡੀਓਜ਼, ਆਈਲੈਟਸ ਦੇ ਨਾਲ ਰਿਲੇਟਡ ਵੀਡੀਓਜ਼ ਦੇਖਣ ਦੇ ਲਈ ਸਾਡਾ ਚੈਨਲ ਵਿਜ਼ਡਮ ਐਜੂਕੇਸ਼ਨ ਪੁਆਇੰਟ RDC, ਇਹਨੂੰ ਫੋਲੋ ਕਰੋ, ਸਬਸਕ੍ਰਾਈਬ ਕਰੋ, ਤੇ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰੋ। ਥੈਂਕ ਯੂ।